ਵੈਲਕਮ ਬੈਕ ਨਾਜ਼ਰੀਨ। ਔਰ ਪ੍ਰੋਗਰਾਮ ਦੇ ਇਸ ਵਿੱਚ ਡਿਸਕਸ ਕਰਾਂਗੇ ਜਿਹੜੀ ਅਫਗਾਨਿਸਤਾਨ ਚ ਕੀ ਹੋ ਰਿਹਾ, ਕਿਉਂਕਿ 16 ਮਈ 2025 ਨੂੰ ਇੱਕ ਐਸੀ ਗੈਰ ਮਾਮੂਲੀ ਪੇਸ਼ਰਫਤ ਹੋਈ ਹੈ ਜਿਹਦੇ ਵਿੱਚ ਭਾਰਤ ਦੇ ਵਜ਼ੀਰ ਖਾਰਜਾ ਜੈ ਸ਼ੰਕਰ ਨੇ ਤਾਲਿਬਾਨ ਵਜ਼ੀਰ ਖਾਰਜਾ ਅਮੀਰ ਖਾਨ ਨੂੰ ਜਿਹੜਾ ਨਾ ਪਹਿਲੀ ਦਫਾ ਬਾਜ਼ਾਬਤਾ ਤੌਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਇਸ ਰਾਬਤੇ ਦੇ ਵਿੱਚ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਣ ਵਾਲੇ ਦਹਿਸ਼ਤਗਰਦ ਹਮਲੇ ਦੇ ਬਾਰੇ ਚ ਵੀ ਗੱਲਬਾਤ ਕੀਤੀ ਹੈ ਔਰ ਜਿਨ੍ਹਾਂ ਨੂੰ ਜਿਹੜਾ ਨਾ ਉਹ ਤਾਲਿਬਾਨ ਨੇ ਮੁਸਤਦ ਕਰ ਦਿੱਤਾ ਹੈ। ਇਹ ਜਿਹੜੀ ਗੁਫ਼ਤਗੂ ਸੀ ਇਹ ਕੋਈ ਰਸਮੀ ਨਹੀਂ ਲੱਗਦੀ, ਬਲਕਿ ਮਾਹਿਰੀਨ ਜਿਹੜੇ ਨੇ ਉਹ ਭਾਰਤ ਦੇ ਅਫਗਾਨਿਸਤਾਨ ਦੇ ਵਿੱਚ ਦੁਬਾਰਾ ਕਦਮ ਜਮਾਉਣ ਦੀ ਕੋਸ਼ਿਸ਼ ਕਰਾਰ ਦੇ ਰਹੇ ਨੇ, ਕਿਉਂਕਿ ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਔਰ ਇਹ ਖਤਰਾ ਸਿਰਫ ਔਰ ਸਿਰਫ ਦਹਿਸ਼ਤਗਰਦੀ ਤੱਕ ਮਹਦੂਦ ਨਹੀਂ ਹੈਗਾ, ਬਲਕਿ ਭਾਰਤ ਦੁਬਾਰਾ ਆਪਣੇ ਸਾਬਕ ਇਤਿਹਾਦੀ ਸ਼ਮਾਲੀ ਇਤਿਹਾਦ ਜਾਂ ਜਿਹੜੇ ਅਕਲਤੀ ਗਰੋਹ ਨੇ ਉਹਨਾਂ ਨੂੰ ਮੁਤਹਰਕ ਕਰਕੇ ਤਾਲਿਬਾਨ ਦੇ ਖਿਲਾਫ ਇੱਕ ਦਾਖਲੀ ਮੁਜ਼ਾਹਮਤ ਨੂੰ ਦੁਬਾਰਾ ਜਿਹੜਾ ਨਾ ਉਹ ਹਵਾ ਦੇ ਸਕਦਾ ਹੈ। ਚਾਬਹਾਰ ਬੰਦਰਗਾਹ ਤੇ ਵਸਤ ਏਸ਼ੀਆਈ ਰਿਆਸਤਾਂ ਜਿਹੜੀਆਂ ਨੇ ਉਹ ਤਜਾਰਤੀ ਰਾਸਤਾਂ ਦੇ ਜ਼ਰੀਏ ਤਾਲਿਬਾਨ ਹਕੂਮਤ ਨੂੰ ਮੁਆਸ਼ੀ ਤੌਰ ਤੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਤੇ ਦਬਾਅ ਡਾਲਿਆ ਜਾ ਰਿਹਾ ਹੈ। ਆਲਮੀ ਸਤਹ ਤੇ ਭਾਰਤ ਤਾਲਿਬਾਨ ਹਕੂਮਤ ਨੂੰ ਤਸਲੀਮ ਜਿਹੜਾ ਨਾ ਉਹ ਨਾ ਕਰਨ ਵਾਸਤੇ ਜਿਹੜਾ ਨਾ ਮੁਸਲਸਲ ਇੱਕ ਸਫਾਰਤੀ ਦਬਾਅ ਪਾਉਂਦੇ ਪਏ ਨੇ। ਇਸ ਵਾਸਤੇ ਅਫਗਾਨਿਸਤਾਨ ਵਿੱਚ ਮਜ਼ੀਦ ਆਲਮੀ ਤਨਹਾਈ ਜਿਹੜੀ ਨਾ ਉਹ ਵੱਧਦੀ ਜਾ ਰਹੀ ਹੈ ਔਰ ਅਫਗਾਨਿਸਤਾਨ ਮਜ਼ੀਦ ਇਸ ਤਨਹਾਈ ਦਾ ਸ਼ਿਕਾਰ ਵੀ ਹੋ ਰਿਹਾ ਹੈ। ਲੇਕਿਨ ਇਹਦੇ ਨਾਲ ਇੱਥੇ ਇੱਕ ਚੀਜ਼ ਕੋਟ ਕਰਨਾ ਬੜਾ ਜ਼ਰੂਰੀ ਹੈ, ਜਿੰਨਾ ਫਾਇਦਾ ਬਹੁਤ ਜ਼ਿਆਦਾ ਭਾਰਤ ਨੂੰ ਹੋ ਰਿਹਾ ਉਹ ਆਪਣੇ ਮਫਾਦਾਤ ਵੀ ਹਾਸਿਲ ਕਰ ਸਕਦਾ ਔਰ ਕਰਦਾ ਵੀ ਪਿਆ। ਅਗਰ ਤਾਲਿਬਾਨ ਭਾਰਤੀ ਅਸਰਾਤ ਦਾ ਬਰਵਕਤ ਤੋੜ ਨਹੀਂ ਕੱਢਦੇ ਤੇ ਇਹ ਦਾਖਲੀ ਆਦਮ ਇਸਤਹਿਕਾਮ ਸਿਕਿਉਰਿਟੀ ਖਲਾ ਤੇ ਨਾਲ ਇਹਦੇ ਕਿ ਉਹ ਅਵਾਮੀ ਬੇਚੈਨੀ ਵਿੱਚ ਵੀ ਇਜ਼ਾਫਾ ਕਰੇਗਾ। ਖਾਸ ਕਰਕੇ ਅਗਰ ਭਾਰਤ ਅਫਗਾਨਿਸਤਾਨ ਨੂੰ ਪ੍ਰੌਕਸੀ ਮੈਦਾਨ 'ਚ ਤਬਦੀਲ ਕਰਨ 'ਚ ਕਾਮਯਾਬ ਹੋ ਗਿਆ ਤੇ ਇਹ ਪਾਕਿਸਤਾਨ ਔਰ ਚੀਨ ਵਰਗੇ ਤੇ ਹੋਰ ਵੀ ਜਿਹੜੇ ਹਮਸਾਏ ਨੇ ਉਹਨਾਂ ਨਾਲ ਜਿਹੜੇ ਤਾਲੁਕਾਤ ਨੇ ਉਹ ਵੀ ਮੁਤਾਸਰ ਹੋ ਸਕਦੇ ਨੇ। ਔਰ ਇਹਨਾਂ ਸਾਰੇ ਖਤਰਿਆਂ ਨਾਲ ਜਿਹੜਾ ਨਾ ਉਹ ਨਿਪਟਣ ਵਾਸਤੇ ਉਹਨੂੰ ਚਾਹੀਦਾ ਕਿ ਉਹ ਆਪਣੀ ਹਿਕਮਤ ਅਮਲੀ ਨੂੰ ਮਜ਼ੀਦ ਮਜ਼ਬੂਤ ਕਰੇ, ਖਾਸ ਕਰਕੇ ਆਪਣੀ ਸਫਾਰਤੀ ਹਿਕਮਤ ਅਮਲੀ ਨੂੰ ਮਜ਼ੀਦ ਮਜ਼ਬੂਤ ਕਰੇ ਤੇ ਖਿੱਤੇ ਦੇ ਵਿੱਚ ਅਦਮ ਸਾਜ਼ੀ ਜਿਹੜੀ ਹੈ ਨਾ ਉਹ ਇਤਮਾਦ ਸਾਜ਼ੀ ਨੂੰ ਬੜਾਉਣਾ ਪਏਗਾ। ਇਹਦੇ ਨਾਲ ਜਿਹੜੀ ਮੁਲਕੀ ਇੰਟੈਲੀਜੈਂਸ ਸਿਸਟਮ ਹੈ ਉਹਨੂੰ ਵੀ ਦੁਬਾਰਾ ਤੋਂ ਮੁਨਜ਼ਮ ਕਰਨਾ ਹੋਏਗਾ, ਕਿਉਂਕਿ ਜਿਹੜਾ 16 ਮਈ ਦਾ ਇਹ ਰਾਬਤਾ ਹੈ ਨਾ ਇਹ ਮਹਿਜ਼ ਇੱਕ ਸਫਾਰਤੀ ਰਾਬਤਾ ਜਾਂ ਕੋਈ ਸਫਾਰਤੀ ਗੁਫ਼ਤਗੂ ਨਹੀਂ ਹੈਗੀ, ਬਲਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਚਾਲ ਦਾ ਇਸ਼ਾਰਾ ਹੋ ਸਕਦਾ ਹੈ। ਕਿਉਂਕਿ ਤਾਲਿਬਾਨ ਜਿਹੜਾ ਨਾ ਉਹ ਅਗਰ ਚੌਕ ਗਏ ਤੇ ਭਾਰਤ ਦੁਬਾਰਾ ਅਫਗਾਨਿਸਤਾਨ ਨੂੰ ਸਿਆਸੀ ਬਸਾਦੇ ਮੋਹਰੇ ਤੇ ਲਿਆ ਕੇ ਬਿਠਾ ਦੇਗਾ ਔਰ ਇਹ ਜਿਹੜਾ ਨਾ ਇਸ ਚੀਜ਼ ਦੇ ਉੱਤੇ ਨਜ਼ਰ ਪਾਉਣਾ ਔਰ ਨਜ਼ਰ ਰੱਖਣਾ ਬਹੁਤ ਜ਼ਿਆਦਾ ਜਿਹੜਾ ਨਾ ਉਹ ਜ਼ਰੂਰੀ ਹੈ। ਇਸੇ ਵਾਸਤੇ ਇਹਦੇ ਵਿੱਚ ਗੱਲ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਦਿਫਾਈ ਤਜਜ਼ੀਆਕਾਰ ਡਾਕਟਰ ਮਾਰੀਆ ਸੁਲਤਾਨ। ਡਾਕਟਰ ਮਾਰੀਆ ਸੁਲਤਾਨ ਸਾਹਿਬਾ ਜਿਹੜੇ ਨੇ ਉਹ ਬਲੋਚ ਨੇ ਔਰ ਪੰਜਾਬੀ ਉਹ ਉਸ ਤਰ੍ਹਾਂ ਨਹੀਂ ਬੋਲ ਸਕਦੇ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਪੰਜਾਬੀ 'ਚ ਵੀ ਗੱਲ ਕਰਨ, ਲੇਕਿਨ ਅਗਰ ਉਹਨਾਂ ਵਾਸਤੇ ਈਜ਼ੀ ਨਾ ਹੋਏ ਤਾਂ ਮੈਂ ਚਾਹਾਂਗੀ ਕਿ ਮਾਰੀਆ ਜੀ ਜਿਹੜਾ ਨਾ ਉਹ ਉਰਦੂ ਨਾਲ ਗੱਲ ਕਰ ਲੈਣ। अच्छा मारिया, मेरी आवाज आ रही है ਤੁਹਾਨੂੰ? हाँ जी, मुझे आपकी आवाज आ रही है। अच्छा मारिया, जो अभी हालिया जो सिस्टम चल रहा है क्या कहते हैं उसको अफगानिस्तान में, क्या समझती हैं आपके तालिबान और जो है ना भारत के दरमियान जो हालिया रवाबित हैं इनको आप किस नज़र से देखती हैं? देखिए, इस वक्त जो अफगानिस्तान की सूरत हाल है बिलखसूस अंदरूनी तौर के ऊपर, उसमें हिंदुस्तान के साथ बहुत ज़्यादा गठजोड़ है, ख़ास तौर के ऊपर उनकी वजारत दाखिला के साथ। और उससे भी बढ़ के उसकी बुनियादी वजह यह है कि हिंदुस्तान अफगानिस्तान की वजारत दाखिला को मुख्तलिफ औकात में और मुसलसल जो है एड फ्राहम करता है। और उस ट्रेनिंग के अंदर ये मिलियंस ऑफ डॉलर्स की ट्रेनिंग जो है दी जाती है और जाहिर है उसकी वजह से वो एक असर रसूख भी कायम किए हुए हैं और उसकी वजह से जो दहशतगर्द तंजीमें हैं जो इस वक्त अफगानिस्तान में मौजूद हैं उनकी भी पुष्पनाई कर रहे हैं। अच्छा, तो ये ਜਿਹੜਾ ਭਾਰਤ ਹੈ ਇਹ ਤਾਲਿਬਾਨ ਪਹਿਲੇ ਭਾਰਤ ਦੀ ਮੁਖਾਲਫਤ ਕਰਦੇ ਸੀ, ਹੁਣ ਭਾਰਤ ਵਾਲੇ ਨਾਲ ਤਾਂ ਜਿਹੜਾ ਨਾ ਉਹ ਰੁਝਾਨ ਜ਼ਿਆਦਾ ਔਰ ਪਾਕਿਸਤਾਨ ਨਾਲ ਦੂਰੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਇਹ ਤੁਸੀਂ ਕੀ ਦੇਖਦੇ ਹੋ ਮੁਸਤਕबिल ਦੇ ਵਿੱਚ ਇਹ ਦੂਰੀ ਬਰਕਰਾਰ ਹੀ ਰਹੇਗੀ? देखिए, असल मसला ये है कि अभी तक अफगानिस्तान की अबूरी हुकूमत को किसी ने तस्लीम नहीं किया, जिसकी वजह से अफगानिस्तान की अबूरी हुकूमत अभी तक जो पुराने ज़माने में जो भी उनके दफाई मामला थे और जो ममालिक उनकी दफाई ज़रूरियात के लिए उनको एड दे रही थी उनके असर रसूख को कायम किए हैं, जिसमें हिंदुस्तान सर फहरिस्त है, इसके अलावा अमरीका। और यही वजह है कि अभी तक ये जो सूरत हाल है इसमें कोई ख़ास तब्दीली नहीं आई है, बल्कि हमें ये एक मुसलसल सूरत हाल नज़र आ रही है कि जहाँ असर रसूख हिंदुस्तान का उसी तरह मौजूद है। इसी तरह जो इंटेलिजेंस एजेंसीज हैं जो ये चाहती थी कि हिंदुस्तान और बिलखसूस अफगानिस्तान के अंदर जो दहशतगर्द तंजीमें हैं वो दहशतगर्दी में मुलव्वस ना हो,
وہ اسی طرح افغانستان کی سرزمین استعمال کریں گے. ہاں پاکستان اس بات پہ پر امید ہے کہ افغانستان کی حکومت یہ بات سمجھے گی کہ دہشت گردی کا کوئی مستقبل نہیں, اور آج نہیں تو کل وہ ہر کسی کے سامنے آ جاتی ہے, چاہے وہ کسی بھی خد و خال میں ہو. اچھا ماریا, اگر طالبان اسی طرح بھارت ਦੇ ਨਾਲ ਰੁਝਾਨ ਉਹਨਾਂ ਦਾ ਜ਼ਿਆਦਾ ਵੱਧਦਾ ਜਾਏਗਾ ਤੇ ਜਿਹੜੇ ਬਾਕੀ ਹਮਸਾਇਆ ਮੁਲਕ ਨੇ, ਠੀਕ ਹੈ, ਈਰਾਨ ਹੋ ਗਿਆ, ਚੀਨ ਹੋ ਗਿਆ, ਉਹਨਾਂ ਨਾਲ ਤਾਲੁਕਾਤ ਤੁਸੀਂ ਅਫਗਾਨਿਸਤਾਨ ਦੇ ਅੱਗੇ ਫਿਊਚਰ 'ਚ ਕਿੱਦਾਂ ਦੇ ਦੇਖਦੇ ਹੋ؟ دیکھیں اس پہ بہت منفی اثر آئے گا, کیونکہ جیسے کہ ہم سب جانتے ہیں ایس سی او میں روس اور چین کی جو ہے ایک طرح سے بالادستی بھی ہے, اور ایک طرح سے ہم یہ بات جانتے ہیں کہ ان کی ایک اثر و رسوخ بھی ہے. اس کے ساتھ ساتھ وہ نہیں چاہتے کہ افغانستان کی سرزمین علاقائی دہشت گردی کے لیے استعمال ہو. یہی وجہ ہے کہ اس وقت افغانستان کی حکومت کے اوپر اگر وہ چاہتے ہیں کہ وہ بہتر اقتصادی تعلقات رکھے, اس کے لیے ضروری ہے کہ وہ چین کے ساتھ اور بالخصوص علاقائی جو ریاستیں ہیں ان کے دہشت گردی کے خطرات کو کم کریں. اور اگر وہ دہشت گردوں سے اپنی پشت پناہی نہیں کریں گے, پشت پناہی سے دور نہیں ہٹیں گے, یا افغانستان کی سرزمین جو ہے مستقبل میں دہشت گردی کے لیے استعمال ہوگی, تو اس سے علاقائی طور کے اوپر بھی ان کو ایک منفی اثر ملے گا. نہیں, منفی اثر ਤਾਂ ਵੈਸੇ ਮਾਰੀਆ ਹੁਣ ਵੀ ਬਹੁਤ ਜ਼ਿਆਦਾ ਆ ਰਿਹਾ ਹੈ, ਔਰ ਅਗਰ منفی ਪਰਸਪੈਕਟਿਵ ਵਾਸਤੇ ਇਸਤੇਮਾਲ ਕੀਤੀ ਜਾਏਗੀ ਤਾਂ ਉਹ ਕਿਹੜੇ-ਕਿਹੜੇ عوامل ਹੋ ਸਕਦੇ ਵੈਸੇ کہ افغانستان کی سرزمین کو پاکستان کے خلاف استعمال کیا جائے گا؟ دیکھیں سب سے بڑی بات تو یہ کہ افغانستان کی حکومت چلانے کے لیے ضروری ہے کہ تجارتی جو تعلقات ہیں علاقائی ممالک کے ساتھ بہتر کرے. اچھا, ابھی ہم سب کے سامنے ہے کہ جو افغانستان کے اندر جو افغان شہری ہیں پاکستان کے اندر اب جو ہے ایک طرح سے ملک بدر کیے جا رہے ہیں, یہ ایک پہلی چیز ہے. اسی طرح بہت سارے جو افغان تاجر ہیں وہ ہندوستان کے ساتھ جو ہے سمجھتے تھے کہ ان کے تعلقات بہتر ہوں گے, لیکن حکومت آنے کے بعد انہوں نے دیکھا کہ تجارتی سطح پہ ان کو کوئی فائدہ نہیں ہوا. اس طرح جو چین کے ساتھ ان کے تجارتی تعلقات ہیں وہ بھی منفی اثر میں جائیں گے اگر وہاں سے دہشت گردی مسلسل نکلتی ہے. تو یہ ایک چھوٹی چیز نہیں ہے, اس کے ایک بہت دیر رس جو ہے ان کے اوپر اس کے نتائج بھی نکلیں گے. اور اس سے بھی بڑھ کر سب سے بڑی بات یہ ہے کہ اگر افغانستان کے اندر اس قسم کی مختلف جو اسپیسز ہیں وہ موجود رہیں گی جہاں سے ان کی سرزمین دہشت گردی کے لیے استعمال ہوتی ہے, تو بین الاقوامی ذمہ داری بھی ہے یو این سیکورٹی کونسل کے مطابق بھی اور باقی ممالک کے مطابق کہ وہ ان چیزوں کے مد مقابل کوئی کام کریں. ਬਿਲਕੁਲ ਸਹੀ. ਡਾਕਟਰ ਮਾਰੀ ਸੁਲਤਾਨ, ਬਹੁਤ ਸ਼ੁਕਰੀਆ ਟਾਈਮ ਦੇਣ ਵਾਸਤੇ. ਨਾਜ਼ਰੀਨ, ਇੱਥੇ ਵਕਤ ਹੋਇਆ ਇੱਕ ਬ੍ਰੇਕ ਦਾ. ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ.